Dear student, today we are going to discuss some very important questions related with kinetic energy and linear momentum. बेटा kinetic energy बारे ਅਸੀਂ स्टडी किया कि kinetic energy ਦਾ ਜਿਹੜਾ ਫਾਰਮੂਲਾ ਹੈ ਹਾਫ mv²। ਮੋਮੈਂਟਮ ਜਿਹੜਾ ਸਾਡਾ ਜਿਹਨੂੰ ਅਸੀਂ ਬੋਲਦੇ ਆ ਲੀਨੀਅਰ ਮੋਮੈਂਟਮ, ਉਹਦਾ ਫਾਰਮੂਲਾ ਹੁੰਦਾ ਹੈ ਮਾਸ ਮਲਟੀਪਲਾਈ ਬਾਈ ਵੈਲੋਸਿਟੀ। ਕਿਨੈਟਿਕ એનર્ਜੀ ਹਾਫ mv² ਤੇ ਲੀਨੀਅਰ ਮੋਮੈਂਟਮ ਹੈ ਸਾਡਾ ਮਾਸ ਮਲਟੀਪਲਾਈ ਬਾਈ ਵੈਲੋਸਿਟੀ। ਬੇਟਾ ਜਿਹੜੇ ਸਾਡੇ ਅੱਜ ਦੇ ਜਿਹੜੇ ਹੈ ਕੁਐਸਚਨਸ ਨੇ ਜਿਹੜੇ ਮੈਂ ਬਲੈਕ ਬੋਰਡ ਤੇ ਲਿਖੇ ਨੇ, ਇਹ ਸਾਰੇ ਕੁਐਸਚਨਸ ਜਿਹੜੇ ਨੇ ਕਾਈਨੈਟਿਕ એનર્ਜੀ ਤੇ ਮੋਮੈਂਟਮ ਦੇ ਨਾਲ ਜਿਹੜੇ ਨੇ ਰਿਲੇਟ ਕਰ ਰਹੇ ਨੇ। ਇਹਦਾ ਮਤਲਬ ਆ ਹੋਇਆ ਕਿ ਪਹਿਲਾਂ ਅਸੀਂ ਕੀ ਕਰਾਂਗੇ, ਕਾਈਨੈਟਿਕ એનર્ਜੀ ਦਾ ਇੱਕ ਫਾਰਮੂਲਾ ਡਰਾਈਵ ਕਰਾਂਗੇ ਇਨ ਟਰਮ ਆਫ ਲੀਨੀਅਰ ਮੋਮੈਂਟਮ। ਕਾਈਨੈਟਿਕ એનર્ਜੀ ਦਾ ਫਾਰਮੂਲਾ ਤੇ ਸਾਨੂੰ ਇਹ ਬੇਟਾ ਪਤਾ ਹੈ ਕਿ ਹਾਫ mv², ਇੱਥੇ v ਵੈਲੋਸਿਟੀ ਹੈ, ਪਰ ਕਿਨੈਟਿਕ એનર્ਜੀ ਨੂੰ ਅਸੀਂ ਪਹਿਲਾਂ ਐਕਸਪ੍ਰੈਸ ਕਰਾਂਗੇ ਇਨ ਟਰਮ ਆਫ ਲੀਨੀਅਰ ਮੋਮੈਂਟਮ। ਇਹ ਆਲਰੇਡੀ ਮੈਂ ਕਿਸੇ ਜਿਹੜਾ ਲੈਕਚਰ ਵਿੱਚ ਪਹਿਲਾਂ ਵੀ ਮੈਂ ਡਿਸਕਸ ਕੀਤਾ ਸੀ। ਨਾਓ ਫਿਰ ਅਸੀਂ ਦੁਬਾਰਾ ਜਿਹੜਾ ਹੈ ਇਹਨਾਂ ਕੁਐਸਚਨ ਨੂੰ ਸੋਲਵ ਕਰਨ ਦੇ ਵਾਸਤੇ ਪਹਿਲਾਂ ਅਸੀਂ ਕਿਨੈਟਿਕ એનર્ਜੀ ਦਾ ਫਾਰਮੂਲਾ ਬਣਾ ਲਈਏ ਇਨ ਟਰਮ ਆਫ ਲੀਨੀਅਰ ਮੋਮੈਂਟਮ। ਆਓ ਕਿਸ ਤਰ੍ਹਾਂ ਬਣਦਾ ਦੇਖੋ। ਕਾਈਨੈਟਿਕ એનર્ਜੀ ਦਾ ਬੇਟਾ ਜਿਹੜਾ ਫਾਰਮੂਲਾ ਹੈ, ਪਹਿਲਾਂ ਤੇ ਅਸੀਂ ਲਿਖ ਲੈਨੇ ਆ ਹਾਫ mv²। ਹਾਂਜੀ ਲਿਖ ਲਿਆ। ਅਸੀਂ ਕੀ ਕਰਦੇ ਆ, ਮਲਟੀਪਲਾਈ ਬਾਈ ਮਾਸ ਤੇ ਡਿਵਾਈਡ ਬਾਈ ਮਾਸ ਕਰ ਦਿੰਦੇ ਆ। ਮਾਸ ਨਾਲ ਮਲਟੀਪਲਾਈ ਕਰਤਾ ਤੇ ਮਾਸ ਦੇ ਨਾਲ ਮੈਂ ਇਹਨੂੰ ਡਿਵਾਈਡ ਕਰਤਾ, ਕੋਈ ਫਰਕ ਨਹੀਂ ਪਏਗਾ। ਨਾਓ ਇਟ ਵਿਲ ਬਿਕਮ m into m, ਸਾਡੇ ਕੋਲ ਬਣ ਜਾਏਗਾ m²। m ਨੂੰ ਜਦੋਂ m ਨਾਲ ਮਲਟੀਪਲਾਈ ਕਰੋਗੇ ਇਟ ਵਿਲ ਬਿਕਮ m² ਤੇ ਨਾਲ ਆ ਗਿਆ v² ਤੇ ਓਵਰ ਚ ਸਾਡੇ ਕੋਲ ਕੀ ਰਹਿ ਗਿਆ m। ਵੈਸੇ ਬੇਟਾ m ਨਾਲ m ਕੈਨਸਲ ਹੋ ਜਾਏਗਾ ਤੇ ਉਹੀ ਚੀਜ਼ ਬਣ ਜਾਏਗੀ। ਅਸੀਂ m ਨਾਲ ਮਲਟੀਪਲਾਈ ਕੀਤਾ, m ਨਾਲ ਡਿਵਾਈਡ ਕੀਤਾ। ਬੇਟਾ ਇਹਦੇ ਉੱਪਰ ਵੀ ਸਕੁਅਰ ਹੈ, ਇਹਦੇ ਉੱਪਰ ਵੀ ਸਕੁਅਰ ਹੈ। ਅਸੀਂ ਕੀ ਕਰਦੇ ਆ, ਇਕੱਠਾ ਹੀ ਇਹਦਾ ਹੋਲ ਸਕੁਅਰ ਕਰ ਦਿੰਦੇ ਆ ਤੇ ਡਿਵਾਈਡਡ ਬਾਈ ਕੀ ਹੈਗਾ ਸਾਡੇ ਕੋਲ m²। v² ਨੂੰ ਅਸੀਂ ਲਿਖਤਾ mv ਦਾ ਹੋਲ ਸਕੁਅਰ। ਨਾਓ ਵਾਟ ਇਜ਼ mv? ਧਿਆਨ ਨਾਲ ਦੇਖੋ, ਮਾਸ ਇਨਟੂ ਵੈਲੋਸਿਟੀ ਤੇ ਕੀ ਬਣ ਗਈ, ਮੋਮੈਂਟਮ। ਤੇ ਇਹਦਾ ਮਤਲਬ ਸਾਡਾ ਜਿਹੜਾ ਕਾਈਨੈਟਿਕ એનર્ਜੀ ਦਾ ਜਿਹੜਾ ਫਾਰਮੂਲਾ ਹੋਏਗਾ ਇਟ ਵਿਲ ਬਿਕਮ, ਉੱਪਰ ਬਣ ਗਿਆ p², ਆ ਸਾਡੇ ਕੋਲ p² ਤੇ ਡਿਵਾਈਡਡ ਬਾਈ ਸਾਡੇ ਕੋਲ ਆ ਗਿਆ 2m। ਕਿਨੈਟਿਕ એનર્ਜੀ ਦਾ ਫਾਰਮੂਲਾ p² ਓਵਰ 2m। ਮੈਂ ਇੱਥੇ ਲਿਖ ਦਿੰਦਾ ਕਿਨੈਟਿਕ એનર્ਜੀ ਇਜ਼ ਗਿਵਨ ਬਾਈ p² ਡਿਵਾਈਡਡ ਬਾਈ 2m। ਇਹ ਬੇਟਾ ਸਾਡਾ ਕਿਨੈਟਿਕ એનર્ਜੀ ਦਾ ਤੇ ਮੋਮੈਂਟਮ ਦਾ ਰਿਲੇਸ਼ਨ ਹੈ। ਹਾਂਜੀ ਬੇਟਾ ਕਲੀਅਰ। ਇਸ ਫਾਰਮੂਲੇ ਨੂੰ ਅਸੀਂ ਆਪਣੇ ਮਾਈਂਡ ਵਿੱਚ ਹਮੇਸ਼ਾ ਰੱਖਣਾ ਹੈ। ਫਿਰ ਅਸੀਂ ਜਿਹੜੇ ਇਹ 5 ਕੁਐਸਚਨਸ ਜਿਹੜੇ ਨੇ ਉਹ ਆਪਾਂ ਜਿਹੜੇ ਸੋਲਵ ਕਰਨੇ ਆ। ਇਹ ਕੁਐਸਚਨ ਨੰਬਰ ਫਸਟ ਹੈ, ਇਹਦੇ 'ਚ ਮੈਂ ਥੋੜੀ ਜਿਹੀ ਚੇਂਜ ਕਰਕੇ ਕੁਐਸਚਨ ਨੰਬਰ ਸੈਕੰਡ ਬਣਾ ਦੇਣਾ ਹੈ। ਇਸ ਤਰ੍ਹਾਂ ਸਾਡਾ ਥਰਡ ਹੈ, ਇਸ ਤਰ੍ਹਾਂ ਇਹ ਫੋਰਥ ਹੈ, ਇਹਦੇ 'ਚ ਮੈਂ ਥੋੜੀ ਜਿਹੀ ਚੇਂਜ ਕਰਕੇ ਕੁਐਸਚਨ ਨੰਬਰ ਜਿਹੜਾ ਸਾਡਾ 5th ਬਣ ਜਾਏਗਾ। ਨਾਓ ਇਹ ਫਾਰਮੂਲਾ ਆਪਣੇ ਮਾਈਂਡ 'ਚ ਰੱਖ ਲਓ, ਸਾਈਡ ਤੇ ਲਿਖ ਲਓ ਪਹਿਲਾਂ, ਅਦਰਵਾਈਜ਼ ਅਸੀਂ ਇਹ ਕੁਐਸਚਨ ਸੋਲਵ ਨਹੀਂ ਕਰ ਪਾਵਾਂਗੇ। ਨਾਓ ਕਿਨੈਟਿਕ એનર્ਜੀ ਇਜ਼ ਇਕੁਅਲ ਟੂ p² ਡਿਵਾਈਡਡ ਬਾਈ 2m। ਨਾਓ ਨੋਟ ਕਰ ਲੈ ਬੇਟਾ, ਮੈਂ ਇੱਥੇ ਵੀ ਸਾਈਡ ਤੇ ਵੀ ਲਿਖ ਦੇਣਾ ਮੈਂ ਟੌਪ ਤੇ ਕਿ ਕਿਨੈਟਿਕ એનર્ਜੀ ਦਾ ਜਿਹੜਾ ਫਾਰਮੂਲਾ ਹੈ p² ਓਵਰ 2m। ਇਹਨੂੰ ਅਸੀਂ ਬੇਟਾ ਵਰਤਣਾ ਹੈ। ਹਾਂਜੀ ਬੇਟਾ ਕਲੀਅਰ। ਨਾਓ ਕਮ ਟੂ ਦਾ ਫਸਟ ਪ੍ਰੋਬਲਮ। ਹੁਣ ਧਿਆਨ ਨਾਲ ਦੇਖੋ ਬੇਟਾ, ਅ ਲਾਈਟ ਬੋਡੀ ਐਂਡ ਹੈਵੀ ਬੋਡੀ। ਸਾਡੇ ਕੋਲ ਦੋ ਬੋਡੀਜ਼ ਨੇ, ਇੱਕ ਲਾਈਟ ਹੈ ਹਲਕੀ ਹੈ, ਇੱਕ ਹੈਵੀ ਹੈ। ਕਹਿਣ ਦਾ ਮਤਲਬ ਇੱਕ ਦਾ ਮਾਸ ਘੱਟ ਹੈ, ਇੱਕ ਦਾ ਮਾਸ ਜ਼ਿਆਦਾ ਹੈ। ਦੇ ਹੈਵ ਸੇਮ ਮੋਮੈਂਟਮ। ਮੋਮੈਂਟਮ ਦਾ ਮਤਲਬ ਬੇਟਾ ਲੀਨੀਅਰ ਮੋਮੈਂਟਮ ਹੀ ਹੈ। ਦੋਨਾਂ ਦਾ ਮੋਮੈਂਟਮ ਸੇਮ ਹੈ। ਕਹਿਣ ਦਾ ਮਤਲਬ ਜਿੰਨਾ ਮੋਮੈਂਟਮ ਲਾਈਟ ਬੋਡੀ ਦਾ
ਓਨਾ ਹੀ ਮੋਮੈਂਟਮ ਜਿਹੜਾ ਹੈ ਸਾਡੀ ਜਿਹੜੀ ਹੈਵੀ ਬਾਡੀ ਦਾ ਹੈ। ਦੋਨਾਂ ਦਾ ਬੇਟਾ ਮੋਮੈਂਟਮ ਜਿਹੜਾ ਹੈ ਉਹ ਸੇਮ ਹੈ। ਇਹਦਾ ਮਤਲਬ ਮੋਮੈਂਟਮ ਕਾਂਸਟੈਂਟ ਹੋ ਗਿਆ। ਜੇ ਲਾਈਟ ਬਾਡੀ ਦਾ ਮੋਮੈਂਟਮ ਮੈਂ ਬੋਲਦਾ 10 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਤੇ ਹੈਵੀ ਬਾਡੀ ਵਾਸਤੇ ਵੀ ਕਿੰਨਾ ਚੱਲੇਗਾ 10। ਇਹਦਾ ਮਤਲਬ ਮੋਮੈਂਟਮ ਇਜ਼ ਕਾਂਸਟੈਂਟ। ਮੋਮੈਂਟਮ ਸਾਡਾ ਕੁਐਸਚਨ ਵਿੱਚ ਕਾਂਸਟੈਂਟ ਆਏਗਾ ਕਿਉਂਕਿ ਦੋਨਾਂ ਦਾ ਸੇਮ ਹੈ। ਨਾ ਕੁਐਸਚਨ ਹੈ ਜੇਕਰ ਹਲਕੀ ਬਾਡੀ ਤੇ ਹੈਵੀ ਬਾਡੀ ਦੋਨਾਂ ਦਾ ਮੋਮੈਂਟਮ ਸੇਮ ਹੋਵੇ then which will have greater kinetic energy। ਦੋਨਾਂ ਵਿੱਚੋਂ ਫਿਰ kinetic energy ਕਿਹਦੀ ਜ਼ਿਆਦਾ ਹੋਏਗੀ। ਅਸੀਂ ਇਹ ਦੇਖਣਾ ਹੈ ਕਿ kinetic energy ਕਿਹਦੀ ਜ਼ਿਆਦਾ ਹੋਏਗੀ। ਮੋਮੈਂਟਮ ਸੇਮ ਹੈ, kinetic energy ਕਿਹਦੀ ਜ਼ਿਆਦਾ ਹੋਏਗੀ। ਇਹਦਾ ਮਤਲਬ ਗੱਲ ਹੋ ਰਹੀ ਹੈ ਮੋਮੈਂਟਮ ਤੇ kinetic energy ਦੀ। ਤੇ ਆ ਜੇ ਸਾਡਾ ਮੋਮੈਂਟਮ ਤੇ kinetic energy ਵਾਲਾ ਫਾਰਮੂਲਾ। ਆਓ ਪਹਿਲੇ ਦਾ ਅਸੀਂ ਜਿਹੜਾ ਹੈ ਸੋਲੂਸ਼ਨ ਨੂੰ ਆਪਾਂ ਡਿਸਕਸ ਕਰੀਏ। ਸੋਲੂਸ਼ਨ ਟੂ ਪ੍ਰੋਬਲਮ ਨੰਬਰ 1। ਹਾਂਜੀ ਕੀ ਲਿਖਾਂਗੇ? ਪਹਿਲਾਂ ਤਾਂ ਲਿਖਾਂਗੇ ਵੀ ਨੋ ਦੈਟ, ਸਾਨੂੰ ਕੀ ਪਤਾ ਹੈ। ਇਹ ਫਾਰਮੂਲਾ ਸਾਨੂੰ ਪਹਿਲਾਂ ਜ਼ੁਬਾਨੀ ਆਣਾ ਚਾਹੀਦਾ ਹੈ। kinetic energy is equal to p square divided by 2m। ਇਹ ਬੇਟਾ ਅਸੀਂ ਫਾਰਮੂਲਾ ਜਿਹੜਾ ਆਪਾਂ ਲਿਖ ਲੈਣਾ। ਹੁਣ ਇੱਕ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ, ਜਿਹੜੀ ਚੀਜ਼ ਤੁਸੀਂ ਫਾਈਂਡ ਆਊਟ ਕਰਨੀ ਹੈ ਬੇਟਾ ਉਹ ਲੈਫਟ ਸਾਈਡ ਤੇ ਹੋਣੀ ਚਾਹੀਦੀ ਹੈ। ਇੱਥੇ ਬੇਟਾ ਕਿਹਦੇ ਬਾਰੇ ਗੱਲ ਹੋ ਰਹੀ ਹੈ? ਵਿਚ ਵਨ ਹੈਵ ਗ੍ਰੇਟਰ kinetic energy। ਇਹਦਾ ਮਤਲਬ ਅਸੀਂ kinetic energy ਲੱਭਣੀ ਹੈ। ਇਹਦਾ ਮਤਲਬ ਲੈਫਟ ਸਾਈਡ ਦੇ ਉੱਤੇ kinetic energy ਹੋਣੀ ਚਾਹੀਦੀ ਹੈ। ਤੇ ਜੇ ਮੈਂ ਮੋਮੈਂਟਮ ਲੱਭਣਾ ਹੁੰਦਾ ਤੇ ਮੈਂ ਫਿਰ ਮੋਮੈਂਟਮ ਨੂੰ ਵਿੱਚੋਂ ਨਿਕਾਲ ਕੇ ਲੈਫਟ ਸਾਈਡ ਤੇ ਰੱਖਣਾ ਹੈ। ਜਿਹਦੇ ਬਾਰੇ ਵੀ ਤੁਸੀਂ ਕੈਲਕੂਲੇਸ਼ਨ ਕਰਨੀ ਹੈ ਉਹ ਚੀਜ਼ ਨੂੰ ਤੁਸੀਂ ਬੇਟਾ ਯਾਦ ਰੱਖਣਾ ਹੈ ਕਿ ਉਹਨੂੰ ਲੈਫਟ ਸਾਈਡ ਤੇ ਕਰੋ। ਤੇ ਇਸ ਫਾਰਮੂਲੇ ਵਿੱਚ kinetic energy ਲੱਭਣੀ ਹੈ ਤੇ kinetic energy ਆਲਰੇਡੀ ਸਾਡਾ ਕਿਹੜੇ ਪਾਸੇ ਹੈਗਾ? ਲੈਫਟ ਸਾਈਡ ਤੇ ਹੈਗਾ। ਨਾਓ ਮੋਮੈਂਟਮ ਇਜ਼ ਕਾਂਸਟੈਂਟ। ਬੇਟਾ ਜਿਹੜਾ ਮੋਮੈਂਟਮ ਹੈ ਉਹ ਕਾਂਸਟੈਂਟ ਹੈ। ਕਿੱਥੋਂ ਪਤਾ ਲੱਗਾ? ਕਿਉਂਕਿ ਇੱਥੇ ਲਿਖਿਆ ਹੈ ਦੋਨਾਂ ਦਾ ਮੋਮੈਂਟਮ ਸੇਮ ਹੈ। ਇਹਦਾ ਮਤਲਬ ਮੋਮੈਂਟਮ ਕਾਂਸਟੈਂਟ ਹੈ। therefore kinetic energy proportional to। ਬੇਟਾ ਜਿਹੜੀ ਚੀਜ਼ ਕਾਂਸਟੈਂਟ ਹੁੰਦੀ ਹੈ ਉਹਨੂੰ ਅਸੀਂ ਪ੍ਰੋਪੋਰਸ਼ਨਲ ਚ ਖਤਮ ਕਰ ਦੇਣਾ ਹੁੰਦਾ। ਜਿਸ ਤਰ੍ਹਾਂ ਅਸੀਂ ਪ੍ਰੋਪੋਰਸ਼ਨ ਹਟਾਉਂਦੇ ਆ ਤੇ ਕਾਂਸਟੈਂਟ ਲਗਾਉਂਦੇ ਆ, ਤੇ ਜੇ ਕਾਂਸਟੈਂਟ ਨਹੀਂ ਲਿਖਣਾ ਤੇ ਉਹਦੀ ਜਗ੍ਹਾ ਦੇ ਉੱਤੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਆ ਜਾਂਦਾ ਹੈ। ਬੋਲੋ ਬੇਟਾ ਇਹ ਚੋਂ ਕਿਹੜੀ ਚੀਜ਼ ਕਾਂਸਟੈਂਟ ਹੈ? P ਤੇ ਸਾਡਾ ਕੀ ਹੈ? ਕਾਂਸਟੈਂਟ। ਇਹਦਾ ਮਤਲਬ ਇਹ ਖਤਮ ਹੋ ਗਿਆ। 2 ਵੀ ਕੀ ਹੈ? ਕਾਂਸਟੈਂਟ। ਇਹਦਾ ਮਤਲਬ kinetic energy ਕਿਹਦੇ ਇਨਵਰਸਲੀ ਹੋ ਗਈ? kinetic energy ਸਿਰਫ ਤੇ ਸਿਰਫ ਹੁਣ ਮਾਸ ਤੇ ਡਿਪੈਂਡ ਕਰੇਗੀ। 2 ਤੇ ਬੇਟਾ ਵੈਸੇ ਹੀ ਕਾਂਸਟੈਂਟ ਤੇ P ਮੋਮੈਂਟਮ ਵੀ ਸਾਡਾ ਕਾਂਸਟੈਂਟ ਹੋ ਗਿਆ। ਇਹਦਾ ਮਤਲਬ ਆ ਸਾਰੀ ਚੀਜ਼ ਕਾਂਸਟੈਂਟ ਵਿੱਚ ਚਲੀ ਗਈ ਤੇ ਇਹ ਸਾਡੇ ਕੋਲ ਕੀ ਬਣ ਗਿਆ ਇੱਥੇ? ਪ੍ਰੋਪੋਰਸ਼ਨਲ। ਤੇ ਜਦੋਂ ਪ੍ਰੋਪੋਰਸ਼ਨਲ ਹਟਾਓਗੇ ਆ ਫਿਰ ਦੁਬਾਰਾ ਲਗਾ ਦਿੰਦੇ ਆ। ਨਾਓ kinetic energy ਕਿਹਦੇ ਇਨਵਰਸਲੀ ਆਈ? kinetic energy ਬੇਟਾ ਮਾਸ ਦੇ ਇਨਵਰਸਲੀ ਆਈ ਹੈ। ਦੇਖੋ ਕੀ ਮਤਲਬ? ਜੇ ਮਾਸ ਜ਼ਿਆਦਾ ਹੋਏਗਾ ਤੇ kinetic energy ਘੱਟ ਹੋਏਗੀ, ਤੇ ਜੇ ਮਾਸ ਘੱਟ ਹੋਏਗਾ ਤੇ kinetic energy ਜ਼ਿਆਦਾ ਹੋਏਗੀ, ਕਿਉਂਕਿ ਦੋਨੋਂ ਹੈਗੇ ਨੇ ਇਨਵਰਸਲੀ। ਇੱਕ ਵਧੇਗਾ ਤੇ ਦੂਸਰਾ ਘਟੇਗਾ। ਕੁਐਸਚਨ ਸੀਗਾ ਕਿਹਦੀ kinetic energy ਗ੍ਰੇਟਰ। ਅਸੀਂ kinetic energy ਗ੍ਰੇਟਰ ਵੇਖਣੀ ਹੈ, ਕਿਹਦੀ kinetic energy ਜ਼ਿਆਦਾ ਹੋਏਗੀ। ਇਹਦਾ ਮਤਲਬ ਜੇ ਮਾਸ ਘੱਟ ਹੋਏਗਾ ਤੇ ਉਹਦੀ kinetic energy ਜ਼ਿਆਦਾ ਹੋਏਗੀ। therefore ਕਿਹਦੀ ਆਏਗੀ ਤੁਹਾਡੇ ਕੋਲ? ਲਾਈਟਰ ਬੋਡੀ ਕੀ ਲਿਖੋਗੇ? will have greater kinetic energy। ਕਿਉਂਕਿ ਮਾਸ ਦੇ ਇਨਵਰਸਲੀ ਹੈ, ਜਿੰਨਾ ਮਾਸ ਘੱਟ ਓਨੀ kinetic energy ਕੀ ਆਏਗੀ ਬੇਟਾ ਤੁਹਾਡੀ? ਜ਼ਿਆਦਾ ਆਏਗੀ। ਆ ਬੇਟਾ ਫਾਰਮੂਲਾ ਯਾਦ ਕੀਤਾ ਹੋਵੇ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਆ ਆਪ ਹੀ ਇਹ ਸਾਰੇ ਕੁਐਸਚਨ ਸੋਲਵ ਕਰ ਲੈਣੇ ਆ। ਬਸ ਇੱਕ ਵਾਰੀ ਸਮਝਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ। ਨਾਓ ਕਮ ਟੂ ਦਾ ਸੈਕੰਡ ਕੁਐਸਚਨ। ਬੇਟਾ ਇਹਦੇ ਵਿੱਚ ਮੈਂ ਹੁਣ ਕੁਐਸਚਨ ਚੇਂਜ ਕਰ ਲਗਾ। ਇੱਥੇ ਮੈਂ ਕੁਐਸਚਨ ਨੰਬਰ ਪਾਤਾ 2। ਲਾਈਟ ਬੋਡੀ ਐਂਡ ਏ ਹੈਵੀ ਬੋਡੀ ਹੈਵ ਸੇਮ। ਹੁਣ ਬੇਟਾ ਉਲਟ ਹੋ ਗਿਆ, ਇਹਨਾਂ ਦੀ ਕਾਈਨੈਟਿਕ એનર્ਜੀ ਸੇਮ ਹੈ। ਹੁਣ kinetic energy ਸੇਮ ਹੈ ਤੇ ਕੁਐਸਚਨ ਪੁੱਛਿਆ which one will have, ਸਾਡੇ ਕੋਲ ਕੀ ਆਏਗਾ? greater linear momentum। ਕਿਹਦਾ ਮੋਮੈਂਟਮ ਜ਼ਿਆਦਾ ਹੋਏਗਾ? ਹੁਣ ਉਲਟ ਕੁਐਸਚਨ ਹੋ ਗਿਆ। ਇਹ ਕੁਐਸਚਨ ਨੰਬਰ ਸਾਡਾ ਬਣ ਗਿਆ 2। ਹੁਣ ਕਿਹੜੀ ਚੀਜ਼ ਸੇਮ ਹੈ?
ਕਿਨੈਟਿਕ એનર્ਜੀ ਸੇਮ ਹੈ बेटा जे kinetic एनर्जी सेम है ਇਹਦਾ मतलब kinetic एनर्जी कांस्टेंट हो गई ਜਿਹੜੀ ਚੀਜ਼ ਸੇਮ ਹੁੰਦੀ ਹੈ ਨਾ ਬੇਟਾ ਉਹ ਕਾਂਸਟੈਂਟ ਹੋ ਜਾਂਦੀ ਹੈ ਨਾਓ ਇਹਦਾ ਅਸੀਂ ਸੋਲੂਸ਼ਨ ਕਿਵੇਂ ਕਰਾਂਗੇ ਪ੍ਰੋਬਲਮ ਨੰਬਰ ਜਿਹੜੀ ਹੈ ਸੋਲੂਸ਼ਨ 2 ਵੀ ਨੋ ਦੈਟ kinetic एनर्जी ਦਾ ਫਾਰਮੂਲਾ p²/2 ਹੈ ਬੇਟਾ ਇੱਥੇ ਮੈਂ ਇੱਕ ਚੀਜ਼ ਦੱਸੀ ਸੀ ਤੁਹਾਨੂੰ ਪਹਿਲਾਂ ਵੀ ਕਿ ਜਿਹੜੀ ਚੀਜ਼ ਬਾਰੇ ਰਿਜ਼ਲਟ ਨਿਕਾਲਣਾ ਹੈ ਨਾ ਉਹਨੂੰ ਲੈਫਟ ਸਾਈਡ ਤੇ ਕਰਨਾ ਹੈ ਇਹਦੇ ਚ ਕਿਹਦੇ ਬਾਰੇ ਰਿਜ਼ਲਟ ਨਿਕਾਲਣਾ ਹੈ ਅਸੀਂ ਲੀਨੀਅਰ ਮੋਮੈਂਟਮ ਬਾਰੇ ਪੁੱਛਿਆ ਉਹਨੇ ਕਿਹਦਾ ਜ਼ਿਆਦਾ ਹੋਏਗਾ ਅਸੀਂ ਇਹਦਾ ਮਤਲਬ ਲੀਨੀਅਰ ਮੋਮੈਂਟਮ ਨੂੰ ਅਸੀਂ ਇਸ ਪਾਸੇ ਰੱਖਾਂਗੇ ਇੱਥੇ ਕੀ ਆਏਗਾ ਆਪਾਂ ਥੋੜਾ ਸੋਲਵ ਕਰੀਏ ਇਹਨੂੰ ਉੱਪਰ ਲੈ ਕੇ p² = 2m kinetic एनर्जी ਨੂੰ ਬੇਟਾ ਮੈਂ ਸਿੰਪਲ k ਲਿਖਤਾ k ਦਾ ਮਤਲਬ kinetic एनर्जी p² = 2mk ਕੀ ਕੀਤਾ ਇਹਨੂੰ ਮੈਂ ਇਹਦੇ ਨਾਲ ਮਲਟੀਪਲਾਈ ਕਰਤਾ 2m ਇਹਦੇ ਨਾਲ ਚਲਾ ਗਿਆ p² ਦੀ ਵੈਲਿਊ ਆ ਗਈ ਤੇ ਵਿੱਚੋਂ ਬੇਟਾ p ਨਿਕਾਲ ਲਓ p ਕਿੰਨਾ ਆਏਗਾ 2mk ਉੱਪਰ ਆ ਜਾਏਗਾ ਸਕੁਅਰ ਰੂਟ ਜਦੋਂ ਸਕੁਅਰ ਆਪਾਂ ਛੱਡਾਂਗੇ ਇੱਧਰ ਆ ਜਾਏਗਾ ਤੁਹਾਡੇ ਕੋਲ ਸਕੁਅਰ ਰੂਟ ਨਾਓ ਪਲੀਜ਼ ਟੈਲ ਇਹਦੇ ਵਿੱਚੋਂ ਕਿਹੜੀ ਚੀਜ਼ ਕਾਂਸਟੈਂਟ ਹੈ 2 ਤੇ ਵੈਸੇ ਹੀ ਕਾਂਸਟੈਂਟ ਹੈ ਤੇ kinetic एनर्जी ਵੀ ਸੇਮ ਹੈ ਹੇਅਰ ਕੀ ਲਿਖਾਂਗੇ ਬੇਟਾ ਅਸੀਂ ਲਿਖਾਂਗੇ ਹੇਅਰ kinetic एनर्जी ਇਜ਼ ਸਾਡੇ ਕੋਲ ਕੀ ਹੈਗੀ ਹੈ ਕਾਂਸਟੈਂਟ therefore p proportional to ਕਿਉਂਕਿ ਇਹ ਵੀ ਕਾਂਸਟੈਂਟ ਆ ਵੀ ਕਾਂਸਟੈਂਟ ਤੇ ਸਿਰਫ ਸਾਡੇ ਕੋਲ ਕੀ ਬਚ ਗਿਆ ਸਕੁਅਰ ਰੂਟ ਦੇ ਅੰਦਰ ਬਚੇਗਾ ਸਾਡੇ ਕੋਲ ਮਾਸ p proportional to √m ਨਾਓ ਇਹ ਡਾਇਰੈਕਟਲੀ ਹੈ ਕਿ ਇਨਵਰਸਲੀ ਧਿਆਨ ਨਾਲ ਦੇਖੋ ਆਮੋ ਸਾਹਮਣੇ ਆ ਡਾਇਰੈਕਟਲੀ ਜਿਹਦਾ ਮਾਸ ਜ਼ਿਆਦਾ ਹੋਏਗਾ ਉਹਦਾ ਮੋਮੈਂਟਮ ਕੀ ਹੋਏਗਾ ਜ਼ਿਆਦਾ ਹੋਏਗਾ ਪਿਛਲੀ ਵਾਰੀ ਇਨਵਰਸਲੀ ਸੀ ਓਵਰ ਸੀ 1/m ਆਇਆ ਸੀ ਤੇ ਇਥੇ ਡਾਇਰੈਕਟਲੀ ਹੈ ਜਿਹਦਾ ਮਾਸ ਜ਼ਿਆਦਾ ਉਹਦਾ ਲੀਨੀਅਰ ਮੋਮੈਂਟਮ ਵੀ ਜਿਹੜਾ ਹੈ ਉਹ ਜ਼ਿਆਦਾ ਹੋਏਗਾ therefore ਕਿਹਦਾ ਮੋਮੈਂਟਮ ਜ਼ਿਆਦਾ ਹੋਏਗਾ ਹੈਵੀ ਬੋਡੀ ਵਿਲ ਹੈਵ ਕੀ ਆਨਸਰ ਆਏਗਾ ਗ੍ਰੇਟਰ ਲੀਨੀਅਰ ਮੋਮੈਂਟਮ ਹੈਵੀ ਬੋਡੀ ਦਾ ਜਿਹੜਾ ਮੋਮੈਂਟਮ ਹੈ ਉਹ ਜ਼ਿਆਦਾ ਹੋਏਗਾ ਆਈ ਥਿੰਕ ਕਿ ਬੇਟਾ ਤੁਹਾਨੂੰ ਆ ਚੀਜ਼ਾਂ ਕਲੀਅਰ ਹੋ ਗਈਆਂ ਕਿਹੜੀ ਚੀਜ਼ ਕਿਹੜੇ ਪਾਸੇ ਰੱਖਣੀ ਆ ਤੇ ਕਿਹੜਾ ਫਾਰਮੂਲਾ ਅਸੀਂ ਜਿਹੜਾ ਹੈ ਪੱਕਾ ਯਾਦ ਕਰਕੇ ਚੱਲਣਾ ਕਿ kinetic એનર્ਜੀ ਦੇ ਮੋਮੈਂਟਮ ਦੀ ਗੱਲਾਂ ਕਰੀ ਜਾਂਦੇ ਨੇ ਤੇ ਉਹਦੇ ਅਕੋਰਡਿੰਗ ਹੀ ਸਾਨੂੰ ਜਿਹੜਾ ਹੈ ਉਹ ਚੱਲਣਾ ਪਏਗਾ ਨਾਓ ਕਮ ਟੂ ਦਾ ਪ੍ਰੋਬਲਮ ਨੰਬਰ 3 ਹੁਣ ਥਰਡ ਪ੍ਰੋਬਲਮ ਦੇਖੋ ਤੀਸਰੀ ਪ੍ਰੋਬਲਮ ਚ ਕੀ ਹੈ ਹਾਊ ਡਸ kinetic एनर्जी of a body change kinetic एनर्जी ਜਿਹੜੀ ਹੈ ਬਾਡੀ ਉਹਦੇ ਵਿੱਚ ਕੀ ਚੇਂਜ ਆਏਗੀ ਹਾਊ ਡਸ kinetic एनर्जी of a body change ਬਾਡੀ ਦੀ kinetic एनर्जी ਚ ਕਿੰਨਾ ਫਰਕ ਪਏਗਾ if momentum is doubled ਮੰਨ ਲਓ ਮੋਮੈਂਟਮ ਡਬਲ ਕਰਤਾ ਜੇ ਮੋਮੈਂਟਮ ਡਬਲ ਕਰੀਏ ਤੇ kinetic एनर्जी ਤੇ ਕੀ ਅਸਰ ਹੋਏਗਾ ਕੀ ਉਹ ਡਬਲ ਹੋਏਗੀ ਕੀ ਉਹ ਹਾਫ ਹੋਏਗੀ ਕਿ ਉਹ 4 ਟਾਈਮਸ ਹੋਏਗੀ ਕਿਸ ਤਰ੍ਹਾਂ ਵਧੇਗੀ kinetic એનર્ਜੀ ਉਹਦੇ ਬਾਰੇ ਬੇਟਾ ਕੁਐਸਚਨ ਹੈ ਹੁਣ ਦੱਸੋ ਲੱਭਣਾ ਕੀ ਹੈ ਇਸ ਕੁਐਸਚਨ ਦੇ ਵਿੱਚ ਹਾਊ ਡਸ kinetic એનર્ਜੀ ਚੇਂਜ ਇਹਦਾ ਮਤਲਬ ਅਸੀਂ kinetic એનર્ਜੀ ਬਾਰੇ ਫਾਈਂਡ ਆਊਟ ਕਰਨਾ ਹੈ ਤੇ kinetic એનર્ਜੀ ਹੀ ਸਾਡੀ ਜਿਹੜੀ ਹੈ ਉਹ ਲੈਫਟ ਸਾਈਡ ਤੇ ਹੋਣੀ ਚਾਹੀਦੀ ਹੈ ਨਾਓ ਕੁਐਸਚਨ ਨੰਬਰ ਜਿਹੜਾ ਹੈ ਸਾਡੇ ਕੋਲ ਆ ਗਿਆ 3 ਇਸ ਕੁਐਸਚਨ ਵਿੱਚ ਸਾਨੂੰ ਕੀ ਪਤਾ ਹੈ ਕਿ kinetic એનર્ਜੀ ਦਾ ਜਿਹੜਾ ਫਾਰਮੂਲਾ ਹੈ ਇੱਥੇ ਬੇਟਾ ਸਿੱਧਾ ਅਸੀਂ k ਹੀ ਲਿਖ ਦਿੰਦੇ ਆ kinetic एनर्जी ਦਾ ਫਾਰਮੂਲਾ ਕੀ ਹੈ p² 2m k ਦਾ ਮਤਲਬ kinetic एनर्जी ਇਹ ਫਾਰਮੂਲਾ ਹੈ ਹੁਣ ਹਾਊ ਡਸ kinetic एनर्जी ਚੇਂਜ ਆਪਾਂ ਲੱਭਣੀ ਵੀ kinetic एनर्जी ਵਿੱਚ ਕੀ ਫਰਕ ਪਏਗਾ ਉਹ ਲੈਫਟ ਸਾਈਡ ਤੇ ਹੀ ਹੈਗੀ ਹੈ ਨਾਓ ਹੁਣ ਦੱਸੋ ਮੋਮੈਂਟਮ ਨੂੰ ਡਬਲ ਕੀਤਾ ਹੈ ਇਹਦਾ ਮਤਲਬ kinetic एनर्जी proportional to mp²। 2 ਦੇ ਕਾਂਸਟੈਂਟ बेटा मास भी कांस्टेंट क्योंकि दो चीजें ਉਹਨੇ ਇੱਕ ਚੀਜ਼ ਕਹੀ ਹੈ ਮੋਮੈਂਟਮ ਨੂੰ ਡਬਲ ਕੀਤਾ ਜੇ ਮੋਮੈਂਟਮ ਨੂੰ ਡਬਲ ਕੀਤਾ ਇਹਦਾ ਮਤਲਬ ਮਾਸ ਵਿੱਚ ਮੈਂ ਕੋਈ ਫਰਕ ਨਹੀਂ ਪਾਇਆ ਤੇ ਜੇ ਕਹਿੰਦਾ ਮੋਮੈਂਟਮ ਡਬਲ ਕੀਤਾ ਮਾਸ ਹਾਫ ਕੀਤਾ ਫਿਰ ਅਸੀਂ ਉਹਦੇ ਅਕੋਰਡਿੰਗ ਦੋਨਾਂ ਨੂੰ ਲੈ ਕੇ ਚੱਲਾਂਗੇ ਇੱਥੇ ਇਹਨੇ ਕੀ ਕਿਹਾ kinetic એનર્ਜੀ ਵਿੱਚ ਕੀ ਫਰਕ ਪਏਗਾ ਜਦੋਂ ਮੋਮੈਂਟਮ ਨੂੰ ਅਸੀਂ ਕੀ ਕਰ ਦਿੱਤਾ ਡਬਲ ਕਰਤਾ ਮਾਸ ਨੂੰ ਹੀ ਚੇਂਜ ਕੀਤਾ ਇਹਦਾ ਮਤਲਬ kinetic એનર્ਜੀ ਕਿਹਦੇ ਪ੍ਰੋਪੋਰਸ਼ਨਲ ਹੈ p²।
ਹੁਣ ਆਪੇ ਸੋਚੋ, ਜੇ ਮੋਮੈਂਟਮ ਡਬਲ ਕਰੋਗੇ, ਜੇ ਮੋਮੈਂਟਮ ਡਬਲ ਕਰੋਗੇ, ਇਥੇ 2p ਕਰੋਗੇ, ਮੋਮੈਂਟਮ ਡਬਲ ਦਾ ਮਤਲਬ 2p, ਤੇ ਉਹਦੇ ਉੱਪਰ ਕੀ ਹੈਗਾ ਬੇਟਾ ਸਕੁਅਰ, ਤੇ 2 ਦਾ ਸਕੁਅਰ ਕਿੰਨਾ ਹੋ ਗਿਆ 4 ਸਕੁਅਰ। ਜਦੋਂ ਮੋਮੈਂਟਮ ਨੂੰ ਡਬਲ ਕਰ ਦਾਂਗਾ ਤਾਂ ਉੱਤੇ ਤਾਂ ਸਕੁਅਰ ਹੈਗਾ, ਤੇ ਸਕੁਅਰ ਦਾ 2 ਦਾ ਸਕੁਅਰ 4, ਮੇਰੇ ਕੋਲ ਦੇਖੋ ਧਿਆਨ ਨਾਲ 4 ਆ ਗਿਆ ਨਾਲ, ਕਹਿਣ ਦਾ ਮਤਲਬ ਕਿਨੈਟਿਕ એનર્ਜੀ ਜਿਹੜੀ ਹੈ ਉਹ 4 ਟਾਈਮਸ ਹੋ ਜਾਏਗੀ। ਹਾਂਜੀ ਬੇਟਾ ਕਲੀਅਰ। ਜੇ ਇਹਨੂੰ ਡਬਲ ਕਰੋਗੇ, ਡਬਲ ਦਾ ਸਕੁਅਰ 4 ਹੋ ਜਾਏਗਾ, ਜੇ ਇਹਨੂੰ ਟ੍ਰਿਪਲ ਕਰੋਗੇ, ਟ੍ਰਿਪਲ ਦਾ ਸਕੁਅਰ ਜਿਹੜਾ ਹੈ 3 ਟਾਈਮਸ ਕਰੋਗੇ ਤੇ 3 ਦਾ ਸਕੁਅਰ ਕਿੰਨਾ ਹੁੰਦਾ 9 ਹੋ ਜਾਏਗਾ। ਕਹਿਣ ਦਾ ਮਤਲਬ ਕਿਨੈਟਿਕ એનર્ਜੀ ਮੋਮੈਂਟਮ ਦੇ ਸਕੁਅਰ ਤੇ ਡਿਪੈਂਡ ਕਰਦੀ ਹੈ। ਜੇ ਮੋਮੈਂਟਮ ਨੂੰ ਤੁਸੀਂ ਡਬਲ ਕਰਦੇ ਜੇ ਤੇ 2 ਟਾਈਮਸ ਕਰਦੇ ਜੇ, ਉਹਦਾ ਸਕੁਅਰ ਕਰ ਲਿਓ, ਉਹ ਤੁਹਾਡੇ ਕੋਲ ਕਿੰਨੀ ਆ ਜਾਏਗੀ 4 ਟਾਈਮਸ। ਨਾਓ ਇਹਦਾ ਆਨਸਰ ਕੀ ਲਿਖੋਗੇ, ਇਫ ਮੋਮੈਂਟਮ ਇਜ਼ ਡਬਲਡ, ਇੱਥੇ ਪਹਿਲਾਂ ਲਿਖਾਂਗੇ kinetic energy is proportional to square of momentum। ਸਕੁਅਰ ਦੇ ਪ੍ਰਪੋਰਸ਼ਨਲ ਹੈ ਬੇਟਾ, ਸਕੁਅਰ ਦੇ। ਜੇ ਇਹਨੂੰ ਡਬਲ ਕਰੋਗੇ ਤੇ 2 ਦਾ ਸਕੁਅਰ 4 ਟਾਈਮਸ। ਇਫ p become 2p, ਜੇਕਰ p ਨੂੰ ਅਸੀਂ ਕਿੰਨਾ ਕਰ ਦਿੰਨੇ ਆ 2p ਕਰ ਦਿੰਨੇ ਆ, p ਜਾਂ change to ਲਿਖ ਲਓ, if p change to p ਨੂੰ ਅਸੀਂ 2p ਕਰਦਾ, then kinetic energy ਜਿਹੜੀ ਹੈ 2p ਦਾ ਸਕੁਅਰ it will be 4p ਸਕੁਅਰ। kinetic energy ਕਿੰਨੇ ਟਾਈਮਸ ਵੱਧ ਗਈ, ਪਹਿਲਾਂ p ਸਕੁਅਰ ਸੀ, ਹੁਣ ਨਾਲ 4 ਆ ਗਿਆ, it means kinetic energy becomes 4 times। it may therefore kinetic energy, इथे लाइन लिखांगे become 4 times। kinetic energy ਤੁਹਾਡੀ 4 ਗੁਣਾ ਵਧੇਗੀ। ਤੇ ਜੇ ਕਹਿੰਦਾ ਵੀ ਆਪਾਂ ਮੋਮੈਂਟਮ ਨੂੰ ਟ੍ਰਿਪਲ ਕਰਤਾ, ਫਿਰ 3 ਦਾ ਸਕੁਅਰ 9, ਜੇ ਕਹਿੰਦਾ ਵੀ 5 ਟਾਈਮਸ ਕਰਦਾ ਤੇ 5 ਦਾ ਸਕੁਅਰ 25 ਹੋ ਜਾਏਗਾ। ਹਾਂਜੀ ਬੇਟਾ ਕਲੀਅਰ। ਇਹ ਸੀਗਾ ਤੁਹਾਡਾ ਕੁਐਸਚਨ ਨੰਬਰ ਜਿਹੜਾ ਸੀਗਾ 3। ਨਾਓ ਕਮ ਟੂ ਕੁਐਸਚਨ ਨੰਬਰ 4। ਹੁਣ ਕੁਐਸਚਨ ਨੰਬਰ 4 ਦੇਖੋ, two bodies of masses m1 and m2, ਦੋ bodies ਨੇ ਸਾਡੇ ਕੋਲ, ਤੇ ਇੱਕ ਦਾ ਮਾਸ m1, ਇੱਕ ਦਾ ਮਾਸ m2 ਹੈ, ਸੇਮ ਲੀਨੀਅਰ ਮੋਮੈਂਟਮ, ਪਰ ਦੋਨਾਂ ਦਾ ਮੋਮੈਂਟਮ ਸੇਮ ਹੈ। ਦੋ bodies ਨੇ, ਇੱਕ m1 ਇੱਕ m2, ਪਰ ਉਹਨਾਂ ਦਾ ਮੋਮੈਂਟਮ ਸੇਮ ਹੈ। ਪਹਿਲਾਂ ਇਹਨਾਂ ਕਰ ਲਈਏ, since momentum is same, therefore p1 equal to p2। ਸਾਡਾ ਜਿਹੜਾ ਮੋਮੈਂਟਮ ਹੈ ਦੋਨਾਂ ਬੋਡੀਜ਼ ਦਾ ਉਹ ਸੇਮ ਹੈ। ਇਹਦਾ ਮਤਲਬ p1 ਕਿਹਦੇ ਇਕੁਅਲ ਆ ਗਿਆ ਸਾਡੇ ਕੋਲ p2। ਇਹ ਪਹਿਲੀ ਬੋਡੀ ਦਾ, ਇਹ ਦੂਸਰੀ ਬੋਡੀ ਦਾ। ਪਹਿਲੀ ਬੋਡੀ ਦਾ ਮੋਮੈਂਟਮ ਕਿੰਨਾ ਆਏਗਾ m1 v1, ਇਹਦਾ ਕਿੰਨਾ ਆਏਗਾ ਸਾਡੇ ਕੋਲ ਆ ਜਾਏਗਾ m2, ਤੇ ਸਾਡੇ ਕੋਲ ਆ ਜਾਏਗਾ v2। ਪਹਿਲੀ ਬੋਡੀ ਦਾ ਮਾਸ m1, ਉਹਦੀ ਵੈਲੋਸਿਟੀ ਕਿੰਨੀ ਮੰਨ ਲਈ ਮੈਂ v1, ਇਹ ਪਹਿਲੀ ਦਾ ਮੋਮੈਂਟਮ, ਇਹ ਦੂਸਰੀ ਬੋਡੀ ਦਾ ਮੋਮੈਂਟਮ, ਇਹ ਦੋਨਾਂ ਦੀ ਵੈਲਿਊ ਜਿਹੜੀ ਹੈ ਬਿਲਕੁਲ, ਹਾਂਜੀ ਮੋਮੈਂਟਮ ਦੀ ਵੈਲਿਊ ਸੇਮ ਹੈ। ਐਂਡ ਵਾਟ ਇਜ਼ ਦਾ ਰੇਸ਼ੀਓ ਆਫ देयर ਕਿਨੈਟਿਕ એનર્ਜੀ, ਇਹਨਾਂ ਦੇ ਕਿਨੈਟਿਕ એનર્ਜੀ ਦੀ ਰੇਸ਼ੀਓ ਨਿਕਾਲੋ। ਮੋਮੈਂਟਮ ਸੇਮ ਦਿੱਤੇ ਹੋਏ ਨੇ, ਦੋ ਬੋਡੀਜ਼ ਨੇ, ਮਾਸ ਵੱਖਰੇ ਵੱਖਰੇ, ਇੱਕ ਹੈਵੀ ਹੋਏਗੀ ਇੱਕ ਲਾਈਟਰ ਹੋਏਗੀ, ਪਰ ਇਹਨਾਂ ਦਾ ਮੋਮੈਂਟਮ ਕੀ ਹੈ ਸੇਮ। ਮੋਮੈਂਟਮ ਮੈਂ ਸੇਮ ਕਰ ਲਿਆ, ਤੇ ਰੇਸ਼ੀਓ ਕਾਦੀ ਨਿਕਾਲਣੀ ਹੈ ਕਾਈਨੈਟਿਕ એનર્ਜੀ ਦੀ ਰੇਸ਼ੀਓ ਨਿਕਾਲਣੀ ਹੈ। ਨਾਓ ਆਪਾਂ ਕੀ ਕਰਦੇ ਹਾਂ, ਇੱਥੇ ਦੇਖੋ v1 ਓਵਰ v2 ਦੀ ਵੈਲਿਊ ਨਿਕਾਲ ਲੈਂਦੇ ਆ m2 ਓਵਰ m1। ਇਹ ਅਸੀਂ ਇਕੁਏਸ਼ਨ ਤਿਆਰ ਕਰ ਲਈ, ਇੱਥੇ v1 ਓਵਰ v2 ਦੀ ਵੈਲਿਊ ਕਰ ਲਈ m2 ਓਵਰ m1। ਹਾਂਜੀ ਬੇਟਾ ਕਲੀਅਰ। ਅਸੀਂ ਰੇਸ਼ੀਓ ਨਿਕਾਲਣੀ ਹੈ ਕਿਨੈਟਿਕ એનર્ਜੀ ਦੀ। ਨਾਓ K1 ਓਵਰ K2, ਪਹਿਲੀ ਬੋਡੀ ਦੀ ਕਿਨੈਟਿਕ એનર્ਜੀ डिवाइड करती दूसरी बॉडी की किनेटिक एनर्जी, रेशियो जो निकालनी है आप K1 का फॉर्मूला हाफ m v1 स्क्वायर, थले आ गया हाफ m v2 स्क्वायर।
एक आ गया हाफ m v1 स्क्वायर, नीचे आ गया हाफ m v2 स्क्वायर। ਅਸੀਂ ਕਿਨੈਟਿਕ एनर्जी ਦਾ ਜਿਹੜਾ ਹੈਗਾ ਉਹ ਫਾਰਮੂਲਾ ਅਸੀਂ ਲਿਖ ਦਿੱਤਾ ਹੈ। ਹਾਂਜੀ बेटा क्लियर। नाउ हाफ नाल हाफ की हो गया कैंसल, इथे बेटा 1 आएगा, m1 v1 स्क्वायर ओवर कितना आ जाएगा साडे कोल m सॉरी इथे आएगा 2 m2 v2 स्क्वायर। ਇਹ ਪਹਿਲੇ ਦੀ ਕਿਨੈਟਿਕ એનર્ਜੀ, ਇਹ ਤੁਹਾਡੀ ਆ ਗਈ ਦੂਸਰੀ ਬਾਡੀ ਦੀ ਜਿਹੜੀ ਹੈ ਉਹ ਕਿਨੈਟਿਕ એનર્ਜੀ ਆ ਗਈ। ਨਾਓ ਇੱਥੇ ਜਿਹੜੀ ਇਕੁਏਸ਼ਨ ਸੀ ਸਾਡੀ v1 over v2 is equal to m2 over m1। ਆ ਦੇਖੋ v1 over v2 ਇੱਥੇ ਵੀ ਸਕੁਅਰ ਹੈ ਤੇ ਇੱਥੇ ਵੀ ਸਕੁਅਰ ਹੈ। ਪਹਿਲਾਂ ਅਸੀਂ ਹੱਲ ਕਰਦੇ ਹਾਂ। ਕਿਨੈਟਿਕ એનર્ਜੀ k1 over k2 equal to ਇਹ ਆ ਗਿਆ m1 over m2। ਅਸੀਂ ਕੀ ਕਰਦੇ ਹਾਂ v1 over v2 ਦਾ ਅਸੀਂ ਹੋਲ ਸਕੁਅਰ ਕਰਤਾ, ਇਹ ਸਕੁਅਰ ਸੀ ਅਸੀਂ ਇਕੱਠਾ ਉੱਪਰ ਪਾਤਾ। ਨਾਓ v1 over v2 ਕੀ ਦੇ ਇਕੁਅਲ ਹੈ, ਦੇਖੋ ਆ ਇਕੁਏਸ਼ਨ ਬਣਾਈ ਸੀ ਆਪਾਂ ਮੋਮੈਂਟਮ ਇਕੁਅਲ ਕਰਕੇ। v1 over v2 ਦੀ ਜਗ੍ਹਾ ਤੇ ਅਸੀਂ ਕੀ ਲਗਾ ਦਾਂਗੇ m1 over m2, ਇਹਦੀ ਜਗ੍ਹਾ ਤੇ ਕੀ ਆ ਜਾਏਗਾ ਸਾਡੇ ਕੋਲ m2 over m1 ਦਾ ਨਾਲ ਕੀ ਆ ਜਾਏਗਾ ਉੱਪਰ ਸਕੁਅਰ ਆ ਗਿਆ। ਹਾਂਜੀ ਕਲੀਅਰ। ਇਸ ਤੋਂ ਬਾਅਦ ਅਸੀਂ ਸਕੁਅਰ ਹੱਲ ਕਰਾਂਗੇ m1 ਤੇ ਨਾਲ ਆ ਗਿਆ m2 ਸਕੁਅਰ, ਥੱਲੇ ਆ ਗਿਆ m2 ਤੇ m1 ਦਾ ਕੀ ਆ ਗਿਆ ਸਕੁਅਰ। m2 ਨਾਲ ਇੱਕ m2 ਕੈਂਸਲ, m1 ਨਾਲ ਇੱਕ m1 ਕੈਂਸਲ ਹੋ ਗਿਆ, ਸਾਡੇ ਕੋਲ ਬਚ ਗਿਆ m2 over m1। ਇਹਦਾ ਮਤਲਬ ਕਿਨੈਟਿਕ એનર્ਜੀ ਜਿਹੜੀ ਹੈ k1 over k2 is equal to ਰੇਸ਼ੋ ਜਿਹੜੀ ਆਏਗੀ m2 over m1 ਦੇ ਇਕੁਅਲ ਆਏਗੀ। ਇਹਦਾ ਮਤਲਬ ਮੋਮੈਂਟਮ ਸੇਮ ਸੀਗੇ, ਪਹਿਲਾ ਮੋਮੈਂਟਮ ਹੈ ਇਕੁਅਲ ਕੀਤੇ, ਉਹਦੇ ਵਿੱਚੋਂ ਅਸੀਂ v1 over v2 ਦੀ ਵੈਲਿਊ ਨਿਕਾਲ ਲਈ। ਉਸ ਤੋਂ ਬਾਅਦ ਅਸੀਂ ਜਿਹੜਾ ਹੈ ਕਿਨੈਟਿਕ એનર્ਜੀ ਦੀ ਰੇਸ਼ੋ ਵਿੱਚ ਥੋੜੀ ਸੈਟਿੰਗ ਕਰਨੀ ਪਏਗੀ। ਇਹ ਥੋੜਾ ਜਿਹਾ ਨੂਮੈਰੀਕਲ ਪਹਿਲੇ ਜਿਹੜੇ ਤਿੰਨ ਕੀਤੇ ਉਹਦੇ ਨਾਲੋਂ ਥੋੜਾ ਡਿਫਰੈਂਟ ਸੀਗਾ। ਇਹਦੀ ਪ੍ਰੈਕਟਿਸ ਜਿਹੜੀ ਹੈ ਤੁਸੀਂ ਜ਼ਿਆਦਾ ਕਰਨੀ ਹੈ, ਡਰਨਾ ਨਹੀਂ ਹੈ, ਬੜਾ ਈਜ਼ੀ ਹੈ। ਜਸਟ ਪਹਿਲਾਂ ਦੇਖੀ ਚਲੋ ਜੋ ਕਹਿੰਦਾ ਹੈ ਕਿਨੈਟਿਕ ਮੋਮੈਂਟਮ ਸੇਮ ਹੈ, ਮੋਮੈਂਟਮ ਸੇਮ ਕਰ ਲਓ। ਐ ਮੈਂ ਹੁਣ ਰੱਬ ਕਰਤਾ ਹੈ, ਤੁਸੀਂ ਦੁਬਾਰਾ ਜਿਹੜੀ ਹੈ ਵੀਡੀਓ ਨੂੰ ਜਿਹੜਾ ਪਿੱਛੇ ਕਰਕੇ ਦੇਖ ਸਕਦੇ ਹੋ। ਨਾਓ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਕੁਐਸਚਨ ਨੰਬਰ ਜਿਹੜਾ ਆਏਗਾ ਸਾਡੇ ਕੋਲ 5। ਉਹ ਕੁਐਸਚਨ ਨੰਬਰ ਜਿਹੜਾ 5 ਮੈਂ ਇੱਥੇ ਚੇਂਜ ਕਰ ਦੇਣਾ ਹੈ। ਟੂ ਬੋਡੀਜ਼ ਹੈਵ ਸੇਮ, ਹੁਣ ਸੇਮ ਕੀ ਹੈ, ਹੁਣ ਸੇਮ ਹੈਗਾ ਕਿਨੈਟਿਕ એનર્ਜੀ। ਵਾਟ ਇਜ਼ ਦਾ ਰੇਸ਼ੋ ਆਫ देयर, ਹੁਣ ਅਸੀਂ ਰੇਸ਼ੋ ਕਾਦੀ ਨਿਕਾਲਣੀ ਹੈ, ਹੁਣ ਅਸੀਂ ਨਿਕਾਲਣੀ ਹੈ ਰੇਸ਼ੋ ਆਫ देयर मोमेंटम, मोमेंटम ਦੀ ਰੇਸ਼ੋ ਨਿਕਾਲਣੀ ਹੈ। ਪਹਿਲਾ ਸੇਮ ਕੀ ਹੈ, ਸੇਮ ਹੈਗੀ ਆ ਕਾਈਨੈਟਿਕ એનર્ਜੀ। ਇੱਥੇ ਕੁਐਸਚਨ ਨੰਬਰ ਆ ਜਾਏਗਾ ਸਾਡਾ 5। ਸਿੰਸ two bodies have same ਹਾਂਜੀ काइनेटिक एनर्जी, therefore ਜੇ kinetic energy same ਹੈ ਇਹਦਾ ਮਤਲਬ k1 equal to k2, ਦੋਨਾਂ ਬਾਡੀ ਦੀ kinetic energy ਸੇਮ ਕਰ ਦਿੰਦੇ ਆ। ਇੱਥੇ ਆ ਜਾਏਗਾ ਹਾਫ m1 v1 square is equal to half m2 ਤੇ ਸਾਡੇ ਕੋਲ ਆ ਜਾਏਗਾ v2 square। ਦੋਨਾਂ ਦੀ kinetic energy ਆਪਾਂ ਸੇਮ ਕਰਤੀ, ਹਾਫ ਨਾਲ ਹਾਫ ਸਾਡਾ ਕੈਂਸਲ ਹੋ ਗਿਆ ਤੇ m1 over m2 बेटा आ नीचे लगे m1 over m2 is equal to इधरों आ गया v2 over v1 द होल स्क्वायर। m1 over m2, m1 ਦੇ ਨੀਚੇ ਮੈਂ m2 ਲਾਇਆ, ਇਹਨੂੰ ਉਧਰ ਲੈ ਗਿਆ ਪਰ ਸਕੁਅਰ ਸੀਗਾ ਉਹ ਮੈਂ ਇਕੱਠਾ ਜਿਹੜਾ ਉਹਨਾਂ ਦਾ ਹੋਲ ਦਾ ਸਕੁਅਰ ਕਰਤਾ। ਤੇ ਹੁਣ ਦੱਸੋ v2 over v1 ਇੱਥੇ ਸਕੁਅਰ ਛੱਡਾਂਗੇ ਤੇ ਅੰਡਰ ਰੂਟ ਆ ਜਾਏਗਾ ਔਰ v2 over v1 is equal to m1 over m2 ਦੇ ਉੱਪਰ ਕੀ ਆ ਜਾਏਗਾ ਅੰਡਰ ਰੂਟ। ਜੇ ਤੋਂ ਸਕੁਅਰ ਛੱਡੋਗੇ ਤੇ ਦੂਜੇ ਸਾਈਡ ਤੇ ਜੇ ਜਾ ਕੇ ਉਹ ਸਕੁਅਰ ਰੂਟ ਚ ਚਲਾ ਗਿਆ। ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਅੱਗੇ ਆਪਾਂ ਵਰਤਾਂਗੇ। ਨਾਓ ਕੀ ਕਰਨਾ ਅਸੀਂ ਹੁਣ ਇੱਥੇ ਦੇਖੋ ਇਸ ਤਰ੍ਹਾਂ ਕਰ ਲਿਆ। what will be the ratio of their momentum, momentum ਦੀ ਰੇਸ਼ੋ ਲੱਭਣੀ ਹੈ। ਜੇ momentum ਦੀ ਰੇਸ਼ੋ ਲੱਭਣੀ ਹੈ ਨਾਓ p1 over p2 मोमेंटम दी रेशियो बेटा सेम पिछले वर्गा ही है सम, बस एर के उल्ट कर देता है। मोमेंटम दा फार्मूला लगा लो, साडे कोल आंदा है m1 v1 ते थल्ले केड़ा आ जाएगा m2 ते साडे कोल केड़ा आ गया नीचे v2 ते ਅਸੀਂ ਕੀ ਕਰਦੇ ਹਾਂ ਵਿੱਚੋਂ m1 over m2 ਤੇ v1 over v2।
ਹੁਣ ਦੇਖੋ V1 over V2 ਆ ਗਿਆ, ਇੱਥੇ ਕੀ ਹੈ V2 over V1, ਕੋਈ ਗੱਲ ਨਹੀਂ, ਇੱਥੇ V1 over V2 ਹੈ, ਇੱਥੇ V2 over ਹੈ, ਇਹਦੇ ਉਲਟਾ ਕੇ ਅਸੀਂ ਆ ਵੈਲਿਊ ਜਿਹੜੀ ਹੈ ਪੁੱਟ ਕਰ ਦਿੰਦੇ ਆ। ਜੇ ਚਾਹੋ ਤੇ ਇੱਥੇ ਲਿਖ ਲਓ V1 over V2 ਕਿਹਦੇ ਇਕੁਅਲ ਆਏਗਾ, ਸਾਡੇ ਕੋਲ ਆ ਜਾਏਗਾ M2 over M1, ਇਹਨੂੰ ਉਲਟਾ ਕੇ ਲਿਖ ਲਓ V1 over V2 ਇਹਦੇ ਇਕੁਅਲ ਆ ਗਿਆ। ਇਹਦੀ ਵੈਲਿਊ ਆਪਾਂ ਬੇਟਾ ਇੱਥੇ ਪੁੱਟ ਕਰ ਦਾਂਗੇ M1 over M2 ਤੇ ਅੱਗੇ ਆ ਗਿਆ ਸਕੁਅਰ ਰੂਟ ਦੇ ਵਿੱਚ ਕੀ ਆਏਗਾ ਸਾਡੇ ਕੋਲ, ਉੱਪਰ ਆ ਜਾਏਗਾ M2 ਆ ਗਿਆ, ਨੀਚੇ ਸਾਡੇ ਕੋਲ ਕਿੰਨਾ ਆ ਗਿਆ M1। V1 over V2 ਦੀ ਵੈਲਿਊ ਜਿਹੜੀ ਹੈ ਮੈਂ ਇੱਥੇ ਪੁੱਟ ਕਰ ਦਿੱਤੀ ਹੈ, ਇਹਦੀ ਜਗ੍ਹਾ ਤੇ ਆ ਵੈਲਿਊ ਆ ਗਈ। ਹਾਂਜੀ ਕਲੀਅਰ, ਆਈ ਥਿੰਕ ਕਿ ਕੋਈ ਤੁਹਾਨੂੰ ਡਾਊਟ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਹੀ ਸਿੰਪਲ ਨੇ। ਹਾਂਜੀ ਇੱਕ ਚੀਜ਼ ਤੁਹਾਨੂੰ ਪਤਾ ਹੈ, ਜਦੋਂ ਇਹਨੂੰ ਵੀ ਮੈਂ ਸਕੁਅਰ ਰੂਟ ਦੇ ਅੰਦਰ ਖੜਨਾ ਹੈ ਤੇ ਕਿਸ ਤਰ੍ਹਾਂ ਖੜੀਦਾ ਹੈ, ਸਕੁਅਰ ਕਰਕੇ। ਕੋਈ ਵੀ ਚੀਜ਼ ਜੇ ਤੁਸੀਂ ਬਾਹਰੋਂ ਸਕੁਅਰ ਰੂਟ ਦੇ ਅੰਦਰ ਖੜਨਾ ਚਾਹੁੰਦੇ ਹੋ ਪਹਿਲਾਂ ਉਹਦਾ ਸਕੁਅਰ ਕਰ ਲਈਦਾ। ਨਾ ਸਾਰਾ ਹੀ ਅਸੀਂ ਵੱਡਾ ਅਨਰੂਟ ਕਰਤਾ, ਇਹਨੂੰ ਵੀ ਅੰਦਰ ਲੈ ਜਾਓ, ਜੇ ਅੰਦਰ ਖੜਨਾ ਹੈ ਤੇ ਸਕੁਅਰ ਕਰੋ ਨਾਲ M2 ਤਾਂ ਪਹਿਲਾਂ ਹੀ ਸੀ, ਇਹਨੂੰ ਅੰਦਰ ਕੀਤਾ ਤੇ ਸਕੁਅਰ ਕਰਕੇ, ਇਹਨੂੰ ਵੀ ਅੰਦਰ ਲੈ ਕੇ ਜਾਓ ਤੇ M2 ਦਾ ਸਕੁਅਰ ਤੇ ਨਾਲ ਆ ਜਾਏਗਾ ਸਾਡੇ ਕੋਲ M1, ਕਿਉਂਕਿ ਸਕੁਅਰ ਦਾ ਸਕੁਅਰ ਰੂਟ ਨਾਲ ਕੈਨਸਲ ਤੇ ਓਨਾ ਹੀ ਬਾਹਰ ਆ ਜਾਏਗਾ। ਹਾਂਜੀ ਕਲੀਅਰ। ਨਾਓ ਇੱਕ M1 ਨਾਲ M1 ਕੈਨਸਲ, M2 ਨਾਲ ਇੱਕ M2 ਕੈਨਸਲ, ਕੀ ਬਚੇਗਾ ਉੱਪਰ ਕੀ ਬਚਿਆ M1, ਸਿਰਫ ਸਾਡੇ ਕੋਲ M1, ਨੀਚੇ ਕੀ ਬਚਿਆ ਸਾਡੇ ਕੋਲ M2। ਇਹ ਕਾਦੀ ਵੈਲਿਊ ਨਿਕਾਲ ਰਹੇ ਹਾਂ, ਮੋਮੈਂਟਮ ਦੇ ਰੇਸ਼ੀਓ ਦੀ। ਦਿਸ ਇਜ਼ ਦਾ ਰੇਸ਼ੀਓ ਆਫ ਦੀ ਮੋਮੈਂਟਮ। ਇਹ ਜਿਹੜੀ ਹੈ ਸਾਡੀ ਜਿਹੜੀਆਂ ਦੋ ਬਾਡੀਜ਼ ਦੇ ਮੋਮੈਂਟਮ ਦੀ ਜਿਹੜੀ ਹੈ ਉਹ ਤੁਹਾਡੇ ਕੋਲ ਜਿਹੜੀ ਆਪਾਂ ਰੇਸ਼ੀਓ ਆ ਚੁੱਕੀ ਹੈ। ਹਾਂਜੀ ਬੇਟਾ ਕਲੀਅਰ। ਆਈ ਥਿੰਕ ਕਿ ਤੁਹਾਨੂੰ ਇਹ ਜਿਹੜੇ 5 ਕੁਐਸਚਨਸ ਜਿਹੜੇ ਮੈਂ ਲਿਖੇ ਨੇ ਇਹ ਸਾਰੇ ਹੀ ਕਾਈਨੈਟਿਕ એનર્ਜੀ ਤੇ ਮੋਮੈਂਟਮ ਦੇ ਰਿਲੇਟਡ ਸੀਗੇ। ਹੁਣ ਇੱਕ ਛੋਟਾ ਜਿਹਾ ਇੱਕ ਕੁਐਸਚਨ ਹੈ ਕਿ ਬਾਡੀ ਕੋਲ ਮੋਮੈਂਟਮ ਹੋ ਸਕਦਾ ਹੈ ਵਿਦਆਊਟ ਕਾਈਨੈਟਿਕ એનર્ਜੀ? ਇਹ ਮੈਂ ਡਿਸਕਸ ਕਰ ਰਿਹਾ, ਮੈਂ ਇੱਥੇ ਲਿਖਿਆ ਨਹੀਂ ਹੈ। ਕੈਨ ਅ ਬਾਡੀ ਹੈਵ ਮੋਮੈਂਟਮ ਵਿਦਆਊਟ એનર્ਜੀ? ਕੀ ਬਾਡੀ ਕੋਲ ਮੋਮੈਂਟਮ ਹੋ ਸਕਦਾ ਹੈ ਜੇ ਉਹਦੇ ਕੋਲ એનર્ਜੀ ਨਹੀਂ ਹੈਗੀ? ਬੇਟਾ ਨਹੀਂ। ਜੇਕਰ ਬਾਡੀ ਕੋਲ ਮੋਮੈਂਟਮ ਹੈ ਤੇ ਉਹਦੇ ਕੋਲ એનર્ਜੀ ਜ਼ਰੂਰ ਹੋਏਗੀ, ਕਿਉਂਕਿ ਜੇ ਬਾਡੀ ਕੋਲ ਮੋਮੈਂਟਮ ਹੈ ਤੇ ਇਹਦਾ ਮਤਲਬ ਉਹਦੇ ਕੋਲ ਵੈਲੋਸਿਟੀ ਹੈ। ਜੇ ਕਿਸੇ ਕੋਲ ਮੋਮੈਂਟਮ ਹੈ ਤੇ ਵੈਲੋਸਿਟੀ ਤੇ ਆਣੀ ਹੈ, ਤੇ ਜੇ ਵੈਲੋਸਿਟੀ ਹੈ ਤੇ ਕਾਈਨੈਟਿਕ એનર્ਜੀ ਆਣਾ ਹੀ ਆਣਾ ਹੈ। ਇਹਦਾ ਮਤਲਬ ਮੋਮੈਂਟਮ ਜੇ ਹੈ ਤੇ ਅੰਡਰਸਟੂਡ ਹੈ ਕਿ ਉਸ ਬਾਡੀ ਕੋਲ ਜਿਹੜੀ ਹੈ ਕਾਈਨੈਟਿਕ એનર્ਜੀ ਯਾਨੀ ਕਿ એનર્ਜੀ ਜਿਹੜੀ ਹੈ ਉਹ ਜ਼ਰੂਰ ਹੋਏਗੀ। ਹਾਂਜੀ ਬੇਟਾ ਕਲੀਅਰ। ਹਾਂਜੀ ਇੱਕ ਹੋਰ ਕੁਐਸਚਨ ਹੈ ਛੋਟਾ ਜਿਹਾ, ਮੈਂ ਇੱਥੇ ਸਾਈਡ ਤੇ ਲਿਖ ਦਿੰਦਾ। ਸਾਨੂੰ ਪਤਾ ਸੀ ਕਿ ਜਿਹੜੀ એનર્ਜੀ ਹੁੰਦੀ ਹੈ ਮਕੈਨੀਕਲ એનર્ਜੀ ਹੁੰਦੀ ਹੈ ਕਾਈਨੈਟਿਕ એનર્ਜੀ ਪਲੱਸ ਪੋਟੈਂਸ਼ੀਅਲ એનર્ਜੀ। ਮਕੈਨੀਕਲ એનર્ਜੀ ਜਿਹੜੀ ਹੈ ਕਾਈਨੈਟਿਕ એનર્ਜੀ ਪਲੱਸ ਜਿਹੜੀ ਹੈ ਪੋਟੈਂਸ਼ੀਅਲ એનર્ਜੀ। ਤੇ ਜੇ ਅਸੀਂ ਵਿੱਚੋਂ ਕਾਈਨੈਟਿਕ એનર્ਜੀ ਨਿਕਾਲੀਏ E ਵਿੱਚੋਂ ਮਾਈਨਸ ਕਿਹੜਾ ਹੋ ਜਾਏਗਾ ਪੋਟੈਂਸ਼ੀਅਲ એનર્ਜੀ। ਕਾਈਨੈਟਿਕ એનર્ਜੀ ਦਾ ਵਿੱਚ ਮੈਂ ਫਾਰਮੂਲਾ ਨਿਕਾਲ ਲਿਆ, ਟੋਟਲ એનર્ਜੀ ਕਿੰਨੀ ਹੁੰਦੀ ਕਾਈਨੈਟਿਕ ਪਲੱਸ ਪੋਟੈਂਸ਼ੀਅਲ, ਵਿੱਚੋਂ ਮੈਂ ਕਾਈਨੈਟਿਕ ਵੱਖਰੀ ਕਰ ਲਈ, ਇਹ ਉਧਰ ਜਾ ਕੇ ਮਾਈਨਸ ਕਰਤਾ। ਨਾਓ ਪਲੀਜ਼ ਟੈਲ ਕਾਈਨੈਟਿਕ એનર્ਜੀ ਸਾਡੇ ਕੋਲ ਇਹਦੇ ਇਕੁਅਲ ਆ ਗਈ। ਕੀ ਆਹ ਵਾਲੀ ਚੀਜ਼ ਕੁਐਸਚਨ ਹੈ ਵਿਲ, ਇੱਥੇ ਮੈਂ ਲਿਖ ਦੇਣਾ ਕੀ ਕੁਐਸਚਨ ਹੈ, will E minus P dot E less than 0? ਕੀ ਆਹ ਵਾਲੀ ਜਿਹੜੀ ਟਰਮ ਹੈ 0 ਤੋਂ ਘੱਟ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ? ਕੁਐਸਚਨ ਹੈ ਕਿ ਆਹ ਵਾਲੀ ਟਰਮ ਟੋਟਲ એનર્ਜੀ ਚੋਂ ਪੋਟੈਂਸ਼ੀਅਲ એનર્ਜੀ ਮਾਈਨਸ ਕਰਦੇ ਆ, ਕੀ ਇਹ ਲੈਸ ਦੈਨ 0 ਹੋ ਸਕਦੀ ਹੈ ਕਿ ਨਹੀਂ? ਕਿਉਂ? ਇਹ ਕਦੀ ਵੀ ਲੈਸ ਦੈਨ 0 ਨਹੀਂ ਹੋ ਸਕਦੀ, ਕਿਉਂਕਿ ਜੇ ਆਹ ਚੀਜ਼ ਲੈਸ ਦੈਨ 0 ਹੋ ਗਈ ਤੇ ਸਾਡੀ ਕਾਈਨੈਟਿਕ એનર્ਜੀ ਲੈਸ ਦੈਨ 0 ਹੋ ਗਈ। ਪਰ ਕਾਈਨੈਟਿਕ એનર્ਜੀ ਜਿਹੜੀ ਹੈ ਕੈਨ ਨੈਵਰ ਬੀ ਲੈਸ ਦੈਨ 0। ਕਾਈਨੈਟਿਕ એનર્ਜੀ ਕਦੀ ਵੀ ਜਿਹੜੀ ਹੈ ਲੈਸ ਦੈਨ 0 ਨਹੀਂ ਹੋ ਸਕਦੀ। ਹਾਂਜੀ ਬੇਟਾ ਕਲੀਅਰ। ਕਾਈਨੈਟਿਕ એનર્ਜੀ ਕੈਨ ਨੈਵਰ ਬੀ ਲੈਸ ਦੈਨ 0। ਜੇ ਆ 0 ਤੋਂ ਘੱਟ ਜਾਂਦੀ ਹੈ ਇਹਦਾ ਮਤਲਬ ਕਾਈਨੈਟਿਕ એનર્ਜੀ ਲੈਸ ਦੈਨ 0 ਹੋ ਗਈ, ਉਹ ਸਾਡਾ ਪੋਸੀਬਲ ਨਹੀਂ ਹੈ।
ਆਈ ਥਿੰਕ ਕਿ ਤੁਹਾਨੂੰ ਜਿਹੜਾ ਇਹ ਕੁਐਸਚਨਸ ਜਿਹੜੇ ਨੇ ਤੁਹਾਨੂੰ ਸਮਝ ਆ ਗਏ। ਇਸ ਦੇ ਰਿਲੇਟਡ ਅਸੀਂ ਨੈਕਸਟ ਲੈਕਚਰ ਦੇ ਵਿੱਚ ਹੋ ਸਕੇ ਤੇ ਹੋਰ ਜਿਹੜੇ ਨੇ ਅਸੀਂ ਕੁਐਸਚਨਸ ਨੂੰ ਜਿਹੜਾ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।